ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਹੇ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਹਬ ਨਾਂਦਾ ਵੇਸਾਹੋ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਤੁਖਾਰੀ ਮਹੱਲਾ ਚੌਥਾ। ਤੂੰ ਥਾਨ ਥਨੰਤਰ ਹਰ ਏਕ ਹਰ ਏਕੋ ਏਕ ਰਵਿਆ। ਬਾਣ ਤ੍ਰਿਣ ਤ੍ਰਿਭਵਨ ਸਭ ਸਿਸ਼ਟ ਮੁਖ ਹਰ ਹਰ ਨਾਮ ਚਵਿਆ। ਤੂੰ ਥਾਨ ਥਨੰਤਰ ਹਰ ਏਕ ਹਰ ਏਕੋ ਏਕ ਰਵਿਆ। ਬਾਣ ਤ੍ਰਿਣ ਤ੍ਰਿਭਵਨ ਸਭ ਸ੍ਰਿਸ਼ਟ ਮੁਖ ਹਰ ਹਰ ਨਾਮ ਚਵਿਆ। ਸਭ ਚਵਹਿ ਹਰ ਹਰ ਨਾਮ ਕਰਤੇ। ਅਸੰਖ ਅਗਣਤ ਹਰ ਧਿਆਵੇ। ਸੋ ਧਨ ਧਨ ਹਰ ਸੰਤ ਸਾਧੂ
ਜੋ ਹਰ ਪ੍ਰਭ ਕਰਤੇ ਭਾਵੇ, ਸੋ ਸਫਲ ਦਰਸ਼ਨ ਦੇਹੋ ਕਰਤੇ। ਜਿਸ ਹਰ ਹਿਰਦੈ ਨਾਮ ਸਦ ਚਬਿਆ, ਤੂੰ ਥਾਨਥ ਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਸੋ ਸਫਲ ਦਰਸ਼ਨ ਦੇਹੋ ਕਰਤੇ, ਜਿਸ ਹਰ ਹਿਰਦੈ ਨਾਮ ਸਦ ਚਬਿਆ, ਤੂੰ ਥਾਨ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਰਾਜਾਨ ਰਾਜ ਭਾਨਾ ਭਾਨ, ਦੇਵਾਨ ਦੇਵ ਉਪਮਾ ਮਹਾਨ, ਸਮਰੱਥ ਗੁਰੂ ਸਰਵ ਸ਼ਕਤੀਮਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵਡ ਭਾਗੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਤੁਖਾਰੀ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਪਾਵਨ ਸ਼ਬਦ ਦੀ ਵਿਚਾਰ 1115 ਅੰਕ ਤੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਕੱਲ੍ਹ ਵਾਲੀ ਵਿਚਾਰ ਵਿੱਚ ਦੂਜੇ ਬੰਦ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਸੀ, ਜਿਹਦੇ ਵਿੱਚ ਸਤਿਗੁਰੂ ਜੀ ਨੇ ਇਹ ਦੱਸਿਆ ਕਿ ਹੇ ਪਰਮੇਸ਼ਰ, ਤੂੰ ਜਲਾਂ ਵਿੱਚ, ਥਲਾਂ ਵਿੱਚ, ਧਰਤੀ ਅਰ ਆਕਾਸ਼ ਵਿੱਚ, ਕਣ ਕਣ ਵਿੱਚ ਤੂੰ ਸਮਾਇਆ ਹੋਇਆ ਹੈ। ਸਾਰੀਆਂ ਥਾਵਾਂ 'ਤੇ ਮਾਲਕ ਪ੍ਰਭੂ ਜੀ ਤੇਰਾ ਵਾਸਾ ਹੈ। ਤੂੰ ਜਗਤ ਨੂੰ ਜੀਵਨ ਦੇਣ ਵਾਲਾ ਹੈ ਤੇ ਸਾਰਿਆਂ ਦਾ ਤੂੰ ਮਾਲਕ ਹੈ। ਜਿਨ੍ਹਾਂ ਨੇ ਤੈਨੂੰ ਜਪਣਾ ਕੀਤਾ ਮਨ ਕਰਕੇ, ਚਿੱਤ ਕਰਕੇ, ਫਿਰ ਤੇਰਾ ਨਾਮ ਜਪ ਕੇ ਉਹਨਾਂ ਨੂੰ ਤੇਰੇ ਦਰੋਂ ਮੁਕਤੀ ਪ੍ਰਾਪਤ ਹੋ ਗਈ। ਜਿਨ੍ਹਾਂ ਜਪਿਆ, ਜਿੱਥੇ ਉਹਨਾਂ ਨੂੰ ਮੁਕਤੀ ਪ੍ਰਾਪਤ ਹੋਈ ਹੈ, ਉੱਥੇ ਨਾਲ ਪਾਤਸ਼ਾਹ ਕਹਿੰਦੇ ਨੇ ਕਿ ਉਹਨਾਂ ਦਾ ਮੁਖ ਉਜਲਾ ਹੁੰਦਾ, ਭਾਵ ਮਾਲਕ ਦੀ ਦਰਗਾਹ ਵਿਖੇ ਉਹ ਆਪਣਾ ਮੁਖ ਨੂੰ ਉਜਲ ਕਰਕੇ ਜਾਂਦੇ ਹਨ। ਉਹਨਾਂ ਨੂੰ ਸਨਮਾਨ ਮਿਲਦਾ, ਸਤਿਕਾਰ ਮਿਲਦਾ ਹੈ।
ਉਹਨਾਂ ਦਾ ਇਹ ਲੋਕ ਵੀ ਤੇ ਪਰਲੋਕ ਵੀ ਸਾਰਾ ਸਫਲਾ ਹੋ ਜਾਂਦਾ ਹੈ। ਰੱਖਣਹਾਰ ਪਰਮੇਸ਼ਰ ਵਾਹਿਗੁਰੂ ਆਪ ਹੱਥ ਦੇ ਕੇ ਰੱਖਿਆ ਕਰਦਾ ਹੈ। ਇਸ ਕਰਕੇ ਇਹ ਭਾਈ, ਸਤ ਸੰਗਤ ਵਿੱਚ ਬੈਠ ਕੇ ਸੰਤ ਜਨਾਂ ਦੀ ਸੰਗਤ ਕਰਕੇ ਉਸ ਵਾਹਿਗੁਰੂ ਦਾ, ਪ੍ਰਭੂ ਦਾ ਜਸ ਸੁਣਨਾ ਕਰੋ, ਪ੍ਰਭੂ ਦੀ ਵਡਿਆਈ ਸੁਣੋ ਤੇ ਗੁਰਮੁਖਾਂ ਦੀ ਸੰਗਤ ਕਰਕੇ, ਉਹਨਾਂ ਦੀ ਟਹਿਲ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ। ਤੇ ਨਾਲ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ, ਤੂੰ ਜਲਾਂ ਵਿੱਚ, ਥਲਾਂ ਵਿੱਚ, ਸਾਰੀਆਂ ਥਾਵਾਂ ਤੇ ਤੂੰ ਰਮਿਆ ਹੋਇਆ ਤੇ ਸਾਰਿਆਂ ਦੇ ਉੱਪਰ ਤੇਰਾ ਹੀ ਹੱਥ ਹੈ, ਤੂੰ ਸਾਰਿਆਂ ਦਾ ਧਣੀ ਮਾਲਕ ਹੈ। ਇਹ ਵਿਚਾਰ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾਂ ਵੀ ਸ਼ਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ ਤੀਸਰੇ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਥਾਨ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ। ਕਹਿੰਦੇ, ਹੇ ਪਰਮੇਸ਼ਰ, ਤੂੰ ਥਾਨ ਥਨੰਤਰ। ਥਾਨ ਥਨੰਤਰ ਤੋਂ ਭਾਵ ਸਾਰੀਆਂ ਥਾਵਾਂ ਤੇ। ਕੋਈ ਇਹੋ ਜਿਹਾ ਧਰਤੀ ਦਾ ਕੋਨਾ, ਤਿੰਨਾਂ ਲੋਕਾਂ ਦਾ ਕੋਨਾ ਨਹੀਂ ਕਿ ਜਿੱਥੇ ਪਰਮਾਤਮਾ ਦਾ ਵਾਸਾ ਨਾ ਹੋਵੇ। ਪਰਮਾਤਮਾ ਵਾਹਿਗੁਰੂ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ ਤੇ ਉਹ ਇੱਕ ਹੈ। ਹਰੀ ਇੱਕ ਹੈ, ਉਹਦੇ ਬਰੋਬਰ ਦੂਜਾ ਕੋਈ ਨਹੀਂ ਹੈ। ਇੱਕ ਦੇ ਨਾਲ ਕੋਈ ਬਰੋਬਰਤਾ ਨਹੀਂ ਕਰ ਸਕਦਾ। ਤੇ ਪਰਮਾਤਮਾ ਜਿੰਨੇ ਵੀ ਜੀਵ ਜੰਤੂ ਪੈਦਾ ਹੋਏ ਨੇ, ਸਾਰੇ ਇੱਕ ਦੇ ਵਿੱਚੋਂ ਹੀ ਪੈਦਾ ਹੋਏ ਨੇ ਤੇ ਇੱਕ ਵਿੱਚ ਹੀ ਜਾ ਕੇ ਸਮਾ ਜਾਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਏਕੋ ਏਕ ਰਵਿਆ। ਇੱਕੋ ਇੱਕ ਪਰਮੇਸ਼ਰ ਹੀ ਸਾਰੀਆਂ ਥਾਵਾਂ ਤੇ ਰਵਿਆ ਹੋਇਆ ਹੈ। ਹੁਣ ਉਹ ਆਪਾਂ ਵਿਚਾਰ ਕੇ ਦੇਖੀਏ, ਜਿਸ ਮਾਲਕ ਨੂੰ ਸਤਿਗੁਰੂ ਕਹਿ ਰਹੇ ਨੇ ਕਿ ਵਾਹਿਗੁਰੂ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਇੱਕ ਹੀ ਹੈ, ਉਹ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ, ਉਹ ਕਿੱਡਾ ਕੁ ਵੱਡਾ ਹੋਵੇਗਾ, ਉਹਦੀ ਸ਼ਕਤੀ ਕਿੰਨੀ ਕੁ ਹੋਵੇਗੀ, ਉਹ ਕਹਿ ਕੇ ਦੱਸੀ ਨਹੀਂ ਜਾ ਸਕਦੀ। ਜਿਵੇਂ ਆਪਾਂ ਗਿਣਤੀ ਸ਼ੁਰੂ ਕਰਦੇ ਹਾਂ ਨਾ, ਜਿੰਨੀਆਂ ਮਰਜ਼ੀ ਸਿਫਰਾਂ ਲਾ ਲਈਏ, ਸਿਫਰਾਂ ਦੀ ਕੀਮਤ ਨਹੀਂ ਪੈਣੀ ਹੈ। ਜਿਹਨਾਂ ਸਿਫਰਾਂ ਦੇ ਅੱਗੇ ਏਕਾ ਲੱਗ ਗਿਆ ਨਾ, ਤੇ ਉਹਦੇ ਅੱਗੇ ਜਿੰਨੀਆਂ ਜੀਰੋ ਲੱਗੀਆਂ ਹੋਣਗੀਆਂ ਪਿੱਛੇ, ਤੇ ਉਹਦੀ ਉਨੀ ਕੀਮਤ ਵੱਧਦੀ ਜਾਵੇਗੀ। ਭਾਵ ਕਹਿਣ ਦਾ ਕਿ ਇੱਕ ਵਾਹਿਗੁਰੂ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਬਗਦਾਦ ਦੀ ਧਰਤੀ ਤੇ ਪਹੁੰਚੇ ਸੀ ਨਾ, ਬਗਦਾਦ ਦੀ ਧਰਤੀ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਜਿਹੜਾ ਦਸਤਗੀਰੀ ਪੀਰ ਸੀ ਉੱਥੋਂ ਦਾ, ਉਹਦੇ ਨਾਲ ਸਤਿਗੁਰੂ ਜੀ ਦੀ ਵਿਚਾਰ ਚਰਚਾ ਹੋ ਰਹੀ ਹੈ। ਸਤਿਗੁਰ ਰਾਗ ਦਾ ਗਾਇਨ ਕੀਤਾ, ਉੱਥੇ ਰਾਗ ਗਾਉਣ ਤੋਂ ਮਨ੍ਹਾ ਕੀਤਾ ਹੋਇਆ ਸੀ। ਦੀਨ ਦਿਆਲੂ ਸਤਿਗੁਰੂ ਜੀ ਇੱਕ ਪਾਸੇ ਸਾਰੇ ਇਸਲਾਮੀ ਸ਼ਰ੍ਹਾ ਵਾਲੇ, ਵਿਚਕਾਰ ਭਾਈ ਮਰਦਾਨਾ ਜੀ, ਇੱਕ ਬਾਬਾ ਅਕਾਲ ਰੂਪ, ਦੂਜਾ ਬਾਬੀ ਮਰਦਾਨਾ ਭਾਈ ਗੁਰਦਾਸ ਜੀ ਕਹਿੰਦੇ ਨੇ। ਵਿਚਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭਾਈ ਮਰਦਾਨਾ ਜੀ, ਜਿਹੜਾ ਉਹ ਪੀਰ ਸੀ ਜਿਹੜਾ
ਜਿਹਨੂੰ ਦਸਤਗੀਰੀ ਆਖਿਆ ਜਾਂਦਾ, ਗੱਦੀ ਉੱਤੇ ਬਹਿੰਦਾ ਤਾਂ ਉਹਦਾ ਨਾਮ ਦਸਤਗੀਰੀ ਪੀਰ ਪੈ ਜਾਂਦਾ ਹੈ। ਤੇ ਉਸ ਪੀਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕੀਤੇ। ਕਹਿਣ ਲੱਗੇ, ਹੇ ਹਿੰਦ ਪੀਰ, ਮੇਰੇ ਇੱਕ ਦੋ ਸਵਾਲ ਹਨ, ਮੈਂ ਤੈਨੂੰ ਤਾਂ ਅਸਲੀ ਪੀਰ ਮੰਨਾਂਗਾ, ਪੀਰਾਂ ਦਾ ਪੀਰ, ਜਾਹਰ ਪੀਰ, ਜਗਤ ਗੁਰੂ ਬਾਬਾ ਮੰਨਾਂਗਾ, ਜੇਕਰ ਤੂੰ ਮੇਰੇ ਸਵਾਲਾਂ ਦਾ ਉੱਤਰ ਦੇ ਦੇਵੇ। ਤੇ ਪੀਰ ਨੇ, ਸਤਿਗੁਰੂ ਕਹਿਣਗੇ ਠੀਕ ਹੈ ਪੀਰ ਜੀ, ਸਵਾਲ ਕਰੋ। ਪਹਿਲਾ ਸਵਾਲ ਪੀਰ ਨੇ ਕੀਤਾ ਕਿ ਇੱਕ ਤੋਂ ਪਹਿਲਾਂ ਕੀ ਸੀ? ਇੱਕ ਤੋਂ ਪਹਿਲਾਂ ਕੀ ਸੀ? ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਿ ਤੇਰੇ ਸਵਾਲ ਦਾ ਉੱਤਰ ਦੇਵਾਂਗੇ ਜ਼ਰੂਰ, ਪਰ ਸਾਡੀ ਇੱਕ ਸ਼ਰਤ ਹੈ, ਤੈਨੂੰ ਸਾਡੀ ਸ਼ਰਤ ਪੂਰੀ ਕਰਨੀ ਪਵੇਗੀ। ਇਹ ਪੀਰ ਆਖਣ ਲੱਗਿਆ, ਕਹਿਣ ਲੱਗੇ ਕਿ ਸਤਿਗੁਰੂ ਸ਼ਰਤ ਤੁਹਾਡੀ ਵੀ ਦੱਸੋ, ਕੀ ਸ਼ਰਤ? ਪੂਰੀ ਕਰਾਂਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਕਹਿਣ ਲੱਗੇ ਕਿ ਮੋਤੀਆਂ ਦਾ ਥਾਲ ਭਰ ਕੇ ਲੈ ਕੇ ਆਓ। ਜਦੋਂ ਆਖਿਆ ਨਾ ਮੋਤੀਆਂ ਦਾ ਥਾਲ ਭਰ ਕੇ ਲੈ ਕੇ ਆਓ, ਤੇ ਦਸਤਗੀਰੀ ਪੀਰ ਦੇ ਮਨ 'ਚ ਇਹ ਵਿਚਾਰ ਆਈ ਕਿ ਆਪਣੇ ਆਪ ਨੂੰ ਵੱਡਾ ਪੀਰ ਅਖਵਾਉਂਦਾ ਹੈ, ਪਰ ਇਹ ਤਾਂ ਲਾਲਚੀ ਵਾਲੇ ਸਵਾਲ ਮੈਂ ਪਹਿਲਾਂ ਕੀਤਾ ਏ, ਤੇ ਪਹਿਲੇ ਸਵਾਲ ਦੇ ਵਿੱਚ ਮੇਰੇ ਪਾਸ ਮੋਤੀ ਮੰਗ ਰਿਹਾ। ਪਰ ਹੁਣ ਪੀਰ ਸੀ, ਹੁਕਮ ਚੱਲਦਾ ਸਾਰੇ ਬਗਦਾਦ ਦੀ ਧਰਤੀ ਤੇ। ਕਹਿੰਦੇ ਮੋਤੀਆਂ ਦਾ ਥਾਲ ਭਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਰੱਖ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਇਹਨਾਂ ਮੋਤੀਆਂ ਦੀ ਗਿਣਤੀ ਕਰੋ। ਜਦੋਂ ਗਿਣਤੀ ਕਰਨ ਲੱਗੇ ਤੇ ਪੀਰ ਕਹਿੰਦਾ 1 2 3। ਗੁਰਦੇਵ ਪਿਤਾ ਜੀ ਕਹਿਣ ਲੱਗੇ, ਨਹੀਂ ਪੀਰ ਜੀ, ਤੁਹਾਨੂੰ ਗਿਣਤੀ ਕਰਨੀ ਨਹੀਂ ਆਉਂਦੀ, ਦੁਬਾਰਾ ਗਿਣਤੀ ਕਰੋ। ਇਹ ਪੀਰ ਫਿਰ ਆਖਣ ਲੱਗਿਆ 1 2 3 4। ਤੇ ਗੁਰਦੇਵ ਪਿਤਾ ਮਹਾਰਾਜ ਕਹਿਣ ਲੱਗੇ, ਹਾਲੇ ਵੀ ਤੁਹਾਡੀ ਗਿਣਤੀ ਸਹੀ ਨਹੀਂ। ਫਿਰ ਤੀਜੀ ਵਾਰੀ ਇਹ ਫਿਰ ਗੁੱਸੇ ਵਿੱਚ ਆ ਗਏ ਤੇ ਬੋਲਿਆ, ਕਹਿਣ ਲੱਗਿਆ 1 2 3 4 5। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਪੀਰ ਜੀ ਤੁਹਾਨੂੰ ਤਾਂ ਗਿਣਤੀ ਕਰਨੀ ਨਹੀਂ ਆਉਂਦੀ ਹੈ। ਤੇ ਪੀਰ ਕਹਿਣ ਲੱਗਿਆ, ਮੈਂ ਬਿਲਕੁਲ ਗਿਣਤੀ ਸਹੀ ਕਰ ਰਿਹਾ। ਸਤਿਗੁਰੂ ਕਹਿਣ ਲੱਗੇ, 1 ਤੋਂ ਪਹਿਲਾਂ ਸ਼ੁਰੂ ਕਰੋ, 1 ਤੋਂ ਪਹਿਲਾਂ ਸ਼ੁਰੂ ਕਰੋ। ਤੇ ਪੀਰ ਕਹਿਣ ਲੱਗਾ, 1 ਤੋਂ ਪਹਿਲਾਂ 0 ਹੈ, 0 ਹੈ, ਤੇ 0 ਦੀ ਕੋਈ ਗਿਣਤੀ ਨਹੀਂ, 0 ਗਿਣਤੀ ਵਿੱਚ ਨਹੀਂ। ਜੇ 0 ਨਾਲ ਏਕਾ ਲੱਗ ਜਾਏ ਫਿਰ ਤਾਂ ਗਿਣਤੀ ਬਣ ਜਾਂਦੀ ਹੈ, ਪਰ 1 ਤੋਂ ਪਹਿਲਾਂ ਕੁਝ ਵੀ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੀਰ ਜੀ ਇਹ ਤੁਹਾਡੇ ਸਵਾਲ ਦਾ ਉੱਤਰ ਹੈ। ਤੁਸੀਂ ਪੁੱਛਿਆ ਸੀ ਕਿ 1 ਤੋਂ ਪਹਿਲਾਂ ਕੀ ਸੀ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, 1 ਤੋਂ ਪਹਿਲਾਂ 0 ਸੀ, ਕੁਝ ਵੀ ਨਹੀਂ ਸੀ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇੱਕ ਪਰਮੇਸ਼ਰ ਦਾ ਹੀ ਸਾਰੀਆਂ ਥਾਵਾਂ ਤੇ ਪਸਾਰਾ। ਜਦੋਂ ਪੀਰ ਨੇ ਇਹ ਉੱਤਰ ਸੁਣਿਆ, ਮਨ ਨੂੰ ਤਸੱਲੀ ਹੋਈ, ਪਰ ਫਿਰ ਵੀ ਮਨ 'ਚ ਵਿਚਾਰ ਹੈ ਕਿ 3 ਸਵਾਲ ਸਤਿਗੁਰੂ ਨੂੰ ਕਰਨੇ ਨੇ। ਮੇਰੇ ਮਨ ਦੀ ਤਸੱਲੀ ਹੋ ਗਈ ਹੈ। ਅਗਲਾ ਸਵਾਲ ਕੀਤਾ, ਕਹਿਣ ਲੱਗੇ, ਜਿਹੜਾ ਇੱਕ ਨਿਰੰਕਾਰ ਹੈ, ਜਿਹਨੂੰ ਖੁਦਾ ਆਖਿਆ ਜਾਂਦਾ, ਪਰਮਾਤਮਾ ਆਖਿਆ ਜਾਂਦਾ ਹੈ, ਉਹ ਪਰਮਾਤਮਾ ਰਹਿੰਦਾ ਕਿੱਥੇ ਹੈ? ਤੂੰ ਥਾਨ ਥਨੰਤਰ ਭਰਪੂਰ, ਤੂੰ ਰਹਿੰਦਾ ਕਿੱਥੇ ਹੈ ਪਰਮਾਤਮਾ? ਧੰਨ ਗੁਰੂ ਨਾਨਕ ਦੇ ਮਹਾਰਾਜ ਆਖਣ ਲੱਗੇ ਕਿ ਪੀਰ ਜੀ ਸਾਡੀ ਸ਼ਰਤ ਹੈ, ਸਾਡੀ ਸ਼ਰਤ ਪੂਰੀ ਕਰੋ। ਕਹਿਣ ਲੱਗੇ, ਦੱਸੋ ਕੀ ਸ਼ਰਤ ਹੈ? ਸਤਿਗੁਰੂ ਕਹਿਣ ਲੱਗੇ, ਦੁੱਧ ਲੈ ਕੇ ਆਵੋ, ਦੁੱਧ ਲੈ ਕੇ ਆਵੋ। ਦਸਤਗੀਰੀ ਪੀਰ ਦੇ ਮਨ 'ਚ ਵਿਚਾਰ ਆਈ ਕਿ ਕਈ ਦਿਨ ਦੇ ਭੁੱਖੇ ਨੇ, ਕੁਝ ਛਕਣਾ ਨਹੀਂ ਕੀਤਾ, ਹੋ ਸਕਦਾ ਗੁਰੂ ਨਾਨਕ ਪਾਤਸ਼ਾਹ ਨੂੰ ਭੁੱਖ ਲੱਗੀ ਹੋਵੇਗੀ।
ਕਹਿੰਦੇ ਦੁੱਧ ਦਾ ਬਰਤਨ ਭਰ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਰੱਖ ਦਿੱਤਾ। ਗੁਰਦੇਵ ਪਿਤਾ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਦੁੱਧ ਵੱਲ ਬੜੇ ਧਿਆਨ ਨਾਲ ਤੱਕਦੇ ਨੇ, ਤੇ ਪੀਰ ਤੇ ਉੱਥੋਂ ਦੇ ਜਿੰਨੇ ਰਹਿਣ ਵਾਲੇ ਲੋਕ ਸਨ ਉਹ ਸਤਿਗੁਰੂ ਵੱਲ ਦੇਖ ਰਹੇ ਨੇ। ਕਹਿਣ ਲੱਗੇ, ਨਾਨਕ ਪੀਰ ਜੀ ਦੁੱਧ ਛਕਣਾ ਕਰੋ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਕਿ ਦੁੱਧ ਵਿੱਚ ਕੁਝ ਹੈ, ਦੁੱਧ ਵਿੱਚ ਕੁਝ ਹੈ। ਹੁਣ ਦਸਤਗੀਰੀ ਦੇ ਪੀਰ ਦੇ ਮਨ 'ਚ ਵਿਚਾਰ ਆਏ ਕਿ ਹੋ ਸਕਦਾ ਕਿ ਮੇਰੇ ਚੇਲੇ ਪਾਲਕਿਆਂ ਨੇ ਕਿ ਦੁੱਧ ਵਿੱਚ ਜ਼ਹਿਰ ਨਾ ਮਿਲਾ ਦਿੱਤਾ ਹੋਵੇ। ਆਪਣੇ ਚੇਲਿਆਂ ਨੂੰ ਕੰਨ ਕੋਲ ਕਰਕੇ ਕਹਿੰਦਾ ਕੋਈ ਕੁਝ ਵਿੱਚ ਮਿਲਾਣਾ ਤਾਂ ਨਹੀਂ ਕੀਤਾ। ਕਹਿਣ ਲੱਗੇ ਨਹੀਂ ਮਿਲਾਣਾ ਕੀਤਾ। ਕਹਿਣ ਲੱਗਿਆ ਕਿ ਪੀਰ ਜੀ ਇਸ ਦੁੱਧ ਵਿੱਚ ਕੁਝ ਵੀ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ। ਕਹਿਣ ਲੱਗੇ ਦੱਸੋ ਕੀ ਹੈ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਆਖਣ ਲੱਗੇ, ਇਸ ਦੁੱਧ ਵਿੱਚ ਮੱਖਣ ਹੈ, ਇਸ ਦੁੱਧ ਵਿੱਚ ਘਿਓ ਹੈ। ਤੇ ਪੀਰ ਹੱਸ ਪਿਆ, ਕਹਿਣਾ ਇਹ ਕਿੱਡੀ ਕੁ ਵੱਡੀ ਗੱਲ ਹੈ, ਇਹ ਤਾਂ ਸਾਰਿਆਂ ਨੂੰ ਪਤਾ ਹੈ। ਦੁੱਧ ਨੂੰ ਕਾੜਾਂਗੇ, ਦੁੱਧ ਵਿੱਚੋਂ ਰੜਕਾਂਗੇ ਤੇ ਵਿੱਚੋਂ ਮੱਖਣ ਨਿਕਲੇਗਾ, ਉਸ ਮੱਖਣ ਤੋਂ ਘਿਓ ਬਣੇਗਾ, ਇਹ ਸਾਰਿਆਂ ਨੂੰ ਪਤਾ ਹੈ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਜਿਵੇਂ ਇਹ ਸਾਰਿਆਂ ਨੂੰ ਪਤਾ ਨਾ ਕਿ ਦੁੱਧ ਤੋਂ ਘਿਓ ਬਣਦਾ, ਮੱਖਣ ਬਣਦਾ ਏ, ਕਹਿੰਦੇ ਇਹ ਤੁਹਾਡੇ ਸਵਾਲ ਦਾ ਉੱਤਰ ਤੁਸੀਂ ਪੁੱਛਿਆ ਸੀ ਕਿ ਖੁਦਾ ਰਹਿੰਦਾ ਕਿੱਥੇ ਹੈ। ਜਿਵੇਂ ਦੁੱਧ ਵਿੱਚ ਮੱਖਣ ਤੇ ਘਿਓ ਹੈ, ਕਹਿੰਦੇ ਇਸੇ ਤਰ੍ਹਾਂ ਜਿਹੜਾ ਖੁਦਾ ਪਰਮਾਤਮਾ ਹੈ ਉਹ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ। ਤੂੰ ਥਾਨ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਉਹ ਖੁਦਾ ਜਿਹੜਾ ਸਾਰੀਆਂ ਥਾਵਾਂ 'ਤੇ ਸਮਾਇਆ ਹੋਇਆ, ਉਸ ਖੁਦਾ ਦਾ ਕਣ ਕਣ ਵਿੱਚ ਵਾਸਾ ਏ। ਤੇ ਪੀਰ ਦੀ ਤਸੱਲੀ ਹੋ ਗਈ। ਹੁਣ ਕਹਿਣ ਲੱਗਿਆ ਕਿ ਨਾਨਕ ਜੀ ਮੇਰੇ ਮਨ ਦੀ ਤਸੱਲੀ ਹੋ ਗਈ ਹੈ, ਪਰ ਹਾਲੇ ਮੇਰਾ ਇੱਕ ਸਵਾਲ ਹੋਰ ਹੈ। ਆਪ ਜੀ ਕਿਰਪਾ ਕਰਕੇ ਮੇਰੇ ਉਸ ਸਵਾਲ ਦਾ ਉੱਤਰ ਦੇਣਾ ਕਰੋ। ਧੰਨ ਗੁਰੂ ਨਾਨਕ ਦੇ ਮਹਾਰਾਜ ਆਖਣ ਲੱਗੇ, ਸਵਾਲ ਕਰ। ਤੇ ਸਵਾਲ ਕੀਤਾ ਕਿ ਖੁਦਾ ਕਰਦਾ ਕੀ ਹੈ, ਖੁਦਾ ਪਰਮੇਸ਼ਰ ਕਰਦਾ ਕੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਿ ਸਾਡੀ ਫੇਰ ਸ਼ਰਤ ਹੈ, ਪਹਿਲਾਂ ਸ਼ਰਤ ਪੂਰੀ ਕਰੋ। ਕਹਿਣ ਲੱਗੇ ਕੀ ਸ਼ਰਤ ਹੈ। ਗੁਰਦੇਵ ਪਿਤਾ ਜੀ ਨੇ ਬਚਨ ਕੀਤੇ। ਕਹਿਣ ਲੱਗੇ ਕਿ ਕੁਝ ਸਮੇਂ ਜਿਸ ਥਾਂ 'ਤੇ ਮੈਂ ਖਲੋਤਾ ਹਾਂ ਤੁਸੀਂ ਇੱਥੇ ਆਉਣਾ ਕਰੋ, ਤੇ ਤੁਹਾਡੀ ਥਾਂ 'ਤੇ ਜਾ ਕੇ ਮੈਂ ਬੈਠਾਂ ਕੁਝ ਸਮੇਂ ਲਈ, ਫਿਰ ਤੁਹਾਡੇ ਸਵਾਲ ਦਾ ਉੱਤਰ ਦੇਵਾਂਗਾ। ਪੀਰ ਤਿਆਰ ਹੋਇਆ। ਪੀਰ ਆਪਣੀ ਥਾਂ ਤੋਂ ਉੱਠਿਆ। ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਖਲੋਤੇ ਨੇ ਉੱਥੇ ਜਾ ਕੇ ਖਲੋ ਗਿਆ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜਿਸ ਥੜੇ ਉੱਤੇ ਇਹ ਪੀਰ ਬੈਠਾ ਹੋਇਆ ਸੀ, ਉੱਥੇ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਪਾਤਸ਼ਾਹ ਬੈਠ ਗਏ। ਨੇਤਰ ਬੰਦ ਕਰਕੇ ਬੈਠੇ ਨੇ। ਤੇ ਇਹ ਦੇਖਦਾ 1 ਮਿੰਟ 2 ਮਿੰਟ 4 ਮਿੰਟ 5 ਮਿੰਟ ਦਾ ਸਮਾਂ ਲੰਘ ਚੁੱਕਾ। ਕਹਿਣ ਲੱਗਿਆ, ਨਾਨਕ ਜੀ ਤੁਹਾਨੂੰ ਇਹ ਥਾਂ ਮੈਂ ਬੈਠਣ ਲਈ ਨਹੀਂ ਦੇਣਾ ਕੀਤੀ, ਮੈਂ ਆਪਣੇ ਸਵਾਲ ਦਾ ਉੱਤਰ ਲੱਭ ਰਿਹਾ ਹਾਂ। ਜਿਹੜਾ ਤੁਹਾਨੂੰ ਸਵਾਲ ਕੀਤਾ ਏ, ਮੇਰੇ ਸਵਾਲ ਦਾ ਉੱਤਰ ਦੇਣਾ ਕਰੋ। ਤੇ ਸਤਿਗੁਰੂ ਕਹਿਣ ਲੱਗੇ, ਸਵਾਲ ਕਰੋ। ਕਹਿਣ ਲੱਗੇ ਖੁਦਾ ਕਰਦਾ ਕੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਪੀਰ ਜੀ ਹਾਲੇ ਵੀ ਪਤਾ ਨਹੀਂ ਲੱਗਿਆ ਤੁਹਾਨੂੰ। ਕਹਿੰਦੇ ਖੁਦਾ ਦੇਖ, ਕੁਝ ਸਮੇਂ ਪਹਿਲਾਂ ਇਸ ਥੜੇ ਉੱਤੇ, ਇਸ ਗੱਦੀ ਉੱਤੇ ਤੂੰ ਬੈਠਾ ਹੋਇਆ ਸੀ, ਤੇ ਹੁਣ ਮੈਂ ਬੈਠਾ ਹੋਇਆ ਹਾਂ। ਤੇ ਖੁਦਾ ਇਹੋ ਕਰਦਾ ਹੈ। ਖੁਦਾ ਖਿੰਨ ਮਾਤਰ ਦੇ ਵਿੱਚ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਤੇ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਹੈ। ਨੀਵਿਆਂ ਨੂੰ ਉੱਚਾ ਕਰ ਦਿੰਦਾ ਤੇ ਉੱਚਿਆਂ ਨੂੰ ਨੀਵਾਂ ਕਰ ਦਿੰਦਾ ਹੈ। ਇਹ ਖੁਦਾ ਦੇ ਵਿੱਚ ਇਹ ਗੁਣ ਹਨ। ਜੇ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ,
तेरे संतन की हो चेरी, हस तो जाए सो रोबत आवै, रोबत जाए सो हसै, बस दो होए होए सो ऊजड़, ऊजड़ होए सो बसै। ਇਹ ਪਰਮਾਤਮਾ ਦੀ ਖੇਡ ਹੈ। ਹੱਸਦਿਆਂ ਨੂੰ ਰੁਲਾ ਦਿੰਦਾ, ਰੋਂਦਿਆਂ ਨੂੰ ਹਸਾ ਦਿੰਦਾ ਹੈ, ਬਸਦਿਆਂ ਨੂੰ ਉਜਾੜ ਦਿੰਦਾ ਹੈ ਅਤੇ ਉਜੜਿਆ ਹੋਇਆਂ ਨੂੰ ਪਰਮਾਤਮਾ ਵਸਾ ਦਿੰਦਾ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਰਮਾਤਮਾ ਇਹ ਕਰਦਾ ਹੈ। ਜਦੋਂ ਪੀਰ ਨੇ ਗੁਰੂ ਨਾਨਕ ਪਾਤਸ਼ਾਹ ਪਾਸੋਂ ਤਿੰਨਾਂ ਸਵਾਲਾਂ ਦੇ ਉੱਤਰ ਸੁਣੇ, ਇਤਿਹਾਸਕਾਰ ਲਿਖਦੇ ਨੇ ਉਹ ਪੀਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਜਦਾ ਕੀਤਾ, ਨਮਸਕਾਰ ਕੀਤਾ ਕਿ ਆਮ ਪੀਰ ਨਹੀਂ ਹੈ ਇਹ ਖਲਕਤ ਦਾ ਮਾਲਕ, ਖੁਦਾ ਦਾ ਰੂਪ ਗੁਰੂ ਨਾਨਕ ਦੇ ਰੂਪ ਵਿੱਚ ਸੰਸਾਰ 'ਚ ਪ੍ਰਗਟ ਹੋਇਆ। ਸਜਦਾ ਕੀਤਾ ਗੁਰੂ ਸਵਾਰੇ। ਸੋ ਇਸ ਪ੍ਰਕਾਰ ਪਰਮੇਸ਼ਰ ਇੱਕ ਹੈ। ਇੱਕ ਦੀ ਪਰਿਭਾਸ਼ਾ ਗੁਰੂ ਨਾਨਕ ਪਾਤਸ਼ਾਹ ਨੇ ਨਾ ਕੀਤੀ। ਅਤੇ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਪਾਤਸ਼ਾਹ ਇਹੀ ਕਹਿ ਰਹੇ ਨੇ, ਕਹਿੰਦੇ ਪਰਮਾਤਮਾ ਤੂੰ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ, ਕਣ ਕਣ 'ਚ ਤੇਰਾ ਵਾਸਾ ਹੈ, ਤੂੰ ਇੱਕ ਹੈ, ਹਰ ਏਕੋ ਏਕ ਰਵਿਆ, ਇੱਕ ਪਰਮੇਸ਼ਰ ਵਾਹਿਗੁਰੂ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ, ਉਹ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਅਤੇ ਕਿੱਥੇ ਕਿੱਥੇ ਉਸ ਵਾਹਿਗੁਰੂ ਦਾ ਵਾਸਾ। ਅਤੇ ਪਾਤਸ਼ਾਹ ਕਹਿੰਦੇ ਨੇ ਬਣ ਤ੍ਰਿਣ ਤ੍ਰਿਭਵਨ ਸਭ ਸ੍ਰਿਸ਼ਟ, ਮੁਖ ਹਰ ਹਰ ਨਾਮ ਚਵਿਆ। ਤੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਉਹ ਵਾਹਿਗੁਰੂ ਜਿੰਨੇ ਵੀ ਬਣ ਹਨ, ਜੰਗਲ, ਬਣ ਤੋਂ ਜੰਗਲ, ਤ੍ਰਿਣ ਤੋਂ ਭਾਵ ਹੈ ਘਾਹ ਕੱਖ, ਜਿੰਨਾ ਵੀ ਘਾਹ ਫੂਸ ਇਤਿਆਦਿਕ ਹੈ, ਅਤੇ ਉਹਨਾਂ ਸਾਰਿਆਂ ਦੇ ਵਿੱਚ ਤ੍ਰਿਭਵਨ, ਤਿੰਨ ਲੋਕ ਨੇ, ਤਿੰਨਾਂ ਲੋਕਾਂ ਦੇ ਵਿੱਚ, ਸਾਰੀ ਸ੍ਰਿਸ਼ਟੀ ਦੇ ਵਿੱਚ ਉਸ ਵਾਹਿਗੁਰੂ ਦਾ ਵਾਸਾ ਹੈ। ਭਾਵ ਕਹਿਣ ਦਾ ਕੋਈ ਇਹੋ ਜਿਹੀ ਥਾਂ ਨਹੀਂ, ਇਹੋ ਜਿਹੀ ਧਰਤੀ ਨਹੀਂ ਜਿੱਥੇ ਵਾਹਿਗੁਰੂ ਦਾ ਵਾਸਾ ਨਾ ਹੋਵੇ। ਵਾਹਿਗੁਰੂ ਸਾਰੀਆਂ ਥਾਵਾਂ 'ਤੇ ਸਮਾਇਆ ਹੋਇਆ ਹੈ। ਅਤੇ ਸਤਿਗੁਰ ਮੁਖ ਹਰ ਹਰ ਨਾਮ ਚਵਿਆ, ਚਵਿਆ ਤੋਂ ਬਾਅਦ ਉਚਾਰਨ ਕਰਨਾ। ਕਹਿੰਦੇ ਹੇ ਪਰਮੇਸ਼ਰ, ਜਿਹੜੇ ਤੇਰੇ ਪਿਆਰੇ ਨੇ ਨਾ, ਸੰਸਾਰ ਜਿੰਨੇ ਜੀਵ ਜੰਤੂ ਤੈਂ ਪੈਦਾ ਕੀਤੇ ਨੇ, ਚਾਹੇ ਉਹ ਬਨਸਪਤੀ ਹੈ, ਚਾਹੇ ਉਹ 84 ਲੱਖ ਜੂਨਾਂ 'ਚ ਪਸ਼ੂ ਪੰਛੀ ਇਤਿਆਦਿਕ ਹਨ, ਕਹਿੰਦੇ ਉਹ ਸਾਰੇ ਪਰਮਾਤਮਾ ਤੇਰਾ ਨਾਮ ਜਪਦੇ ਨੇ, ਤੇਰੇ ਨਾਮ ਨੂੰ ਉਚਾਰਨ ਕਰਦੇ ਹਨ। ਭਾਵ ਸਭ ਹੀ ਉਸ ਵਾਹਿਗੁਰੂ ਦੀ ਖੇਡ ਹੈ। ਵਾਹਿਗੁਰੂ ਸਾਰੀਆਂ ਵਿੱਚ ਸਮਾਇਆ ਹੋਇਆ। ਰੱਬ ਦੇ ਪਿਆਰੇ ਜਿਹੜੇ ਨੇ ਉਹ ਸਾਰੀਆਂ ਥਾਵਾਂ 'ਤੇ ਵਾਹਿਗੁਰੂ ਨੂੰ ਦੇਖ ਕੇ ਨਾ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦਾ ਹੀ ਉਹ ਭਗਤ ਜੀ ਬਾਬਤ ਸਤਿਗੁਰੂ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕਿ ਉਸ ਗੋਬਿੰਦ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਉਹ ਵਾਹਿਗੁਰੂ ਹੀ ਰਮਿਆ, ਕਿਉਂਕਿ ਭਗਤ ਸਤਿਗੁਰੂ ਦੀ ਇਹ ਅਵਸਥਾ, ਭਗਤ ਜੀ ਦੀ ਇਹ ਅਵਸਥਾ ਬਣੀ, ਉਹਨਾਂ ਨੂੰ ਸਾਰੀਆਂ ਥਾਵਾਂ 'ਤੇ ਇੱਕ ਵਾਹਿਗੁਰੂ ਰਮਿਆ ਹੋਇਆ ਦਿਖਾਈ ਦੇ ਰਿਹਾ। ਅਤੇ ਉਹਨਾਂ ਨੇ ਆਖ ਦਿੱਤਾ ਕਿ ਵਾਹਿਗੁਰੂ ਜਿਹੜਾ ਹੈ ਉਹ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ। ਉਹਦੇ ਪਿਆਰੇ ਉਸ ਵਾਹਿਗੁਰੂ ਨੂੰ ਹੀ ਉਚਾਰਨ ਕਰਦੇ ਨੇ, ਵਾਹਿਗੁਰੂ ਦਾ ਹੀ ਜਸ ਕਰਦੇ ਹਨ, ਵਾਹਿਗੁਰੂ ਦੇ ਗੁਣਾਂ ਦਾ ਗਾਇਨ ਹਰ ਸਮੇਂ ਕਰਦੇ ਹਨ। ਸਭ ਚਵ ਹੈ ਹਰ ਹਰ ਨਾਮ ਕਰਤੇ, ਅਸੰਖ ਅਗਣਤ ਹਰ ਧਿਆਵੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ, ਕਹਿੰਦੇ ਭਾਈ ਸਾਰੇ ਉਸ ਵਾਹਿਗੁਰੂ ਦਾ ਨਾਮ ਜਪਦੇ ਨੇ, ਹਰੀ ਹਰੀ ਮੁਖੋਂ ਕਰਤੇ ਨੂੰ ਚੇਤੇ ਕਰਦੇ ਹਨ। ਤੇਰਾ ਗੁਰੂ ਰਾਮਦਾਸ ਪਾਤਸ਼ਾਹ ਸਵਾਲ ਕਰ ਲਿਆ, ਕਹਿਣ ਲੱਗੇ ਜਗਿਆਸੂ ਜਨ ਕਿ ਸਤਿਗੁਰੂ ਜੀ ਜਿਹੜੇ ਉਸ ਮਾਲਕ ਦਾ ਸਿਮਰਨ ਕਰਦੇ, ਮਾਲਕ ਨੂੰ ਚੇਤੇ ਕਰਦੇ ਹਨ, ਕਿ ਉਹਨਾਂ ਜੀਵਾਂ ਦੀ
ਗਿਣਤੀ ਕਰਕੇ ਦੱਸੀ ਜਾ ਸਕਦੀ ਹੈ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਅਸੰਖ, ਅਸੰਖ ਜਿਹਦੀ ਗਿਣਤੀ ਨਾ ਹੋ ਸਕੇ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹ ਜਪਜੀ ਸਾਹਿਬ ਦੀ ਪਾਵਨ ਬਾਣੀ 'ਚ ਪਾਤਸ਼ਾਹ ਨੇ 3 ਪੌੜੀਆਂ ਉਚਾਰਨ ਕੀਤੀਆਂ, ਅਸੰਖ ਜਪ, ਅਸੰਖ ਤਪ, ਅਸੰਖ ਪੂਜਾ, ਅਸੰਖ ਇਹ ਪੌੜੀਆਂ। ਫਿਰ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਸੰਖ ਨਾਭ, ਸੰਖ ਥਾਵ, ਗਮ ਗਮ, ਸੰਖ ਲੋ। ਤੇ ਇਹ 3 ਪੌੜੀਆਂ ਸਤਿਗੁਰੂ ਉਚਾਰਨ, 3 ਪੌੜੀਆਂ ਸ਼ਬਦ ਵਰਤਿਆ ਅਸੰਖ। ਅਸੰਖ ਭਾਵ ਜਿਹੜੇ ਗਿਣੇ ਨਾ ਜਾ ਸਕੇ, ਇੰਨੀ ਗਿਣਤੀ ਹੋਵੇ ਜਿਨ੍ਹਾਂ ਦੀ। ਸਾਰੀ ਰਾਤ ਦਿਨ ਰਾਤ ਆਪਾਂ ਲੱਗੇ ਰਹੀਏ, ਗਿਣਤੀ ਕਰਨੀ ਹੈ, ਗਿਣਤੀ ਨਹੀਂ ਹੋ ਸਕਦੀ ਹੈ। ਤੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਅਸਲ ਵਿੱਚ ਅਸੰਖ ਹਨ। ਅਗਣਤ ਨਾ ਆਵੇ, ਜਿਹੜੇ ਉਹਨੂੰ ਚੇਤੇ ਕਰਦੇ ਦਾ ਸਿਮਰਨ ਕਰਦੇ ਹਨ, ਉਹ ਅਗਣਤ ਗਿਣਤੀ ਵਿੱਚ ਨਹੀਂ ਆਉਂਦੇ, ਭਾਵ ਗਿਣੇ ਨਹੀਂ ਜਾਂਦੇ ਹਨ। ਜਿਵੇਂ ਆਪਾਂ ਦੇਖੀ ਕਿਤੇ ਸੰਗਤ ਦਾ ਇਕੱਠ ਹੋਵੇ, ਜਿਹੜੀ ਲੁਕਾਈ ਇੱਕ ਥਾਂ ਤੇ ਖੜੀ ਹੋਵੇ, ਜੇ ਆਪਾਂ ਕਹਿ ਦਈਏ ਉਸ ਲੁਕਾਈ ਇੱਕ ਥਾਂ ਤੇ ਸਾਰੀ ਲੁਕਾਈ ਇਕੱਤਰ ਹੋ ਜਾਵੇ, ਉਸ ਇਕੱਠ ਦੀ ਗਿਣਤੀ ਕਰਨੀ ਆਪਾਂ ਅੰਦਾਜ਼ੇ ਨਾਲ ਕਹਿੰਦੇ ਕਿ ਲੱਖ 2 ਲੱਖ ਦੇ ਕਰੀਬ ਜਿਹੜੇ ਲੋਕ ਇਕੱਠੇ ਹੋ ਗਏ ਸੀ, 5 ਲੱਖ ਦੇ ਕਰੀਬ ਲੋਕ ਇਕੱਠੇ ਹੋ ਗਏ। ਗਿਣਤੇ ਗਿਣੇਗੇ, ਭਾਵ ਇਕੱਠੇ ਹੋਏ ਇੱਕ ਥਾਂ ਤੇ, ਫਿਰ ਵੀ ਅੰਦਾਜ਼ੇ ਨਾਲ ਗਿਣੇਗੇ। ਪਰ ਰੱਬ ਦੇ ਪਿਆਰੇ ਜਿਹੜੇ ਨਾਮ ਜਪਣ ਵਾਲੇ ਨੇ ਨਾ, ਗੁਰੂ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਅਗਣਤ ਹਨ, ਉਹ ਗਿਣੇ ਨਹੀਂ ਜਾ ਸਕਦੇ। ਜੀਵ ਤੇਰੀ ਜ਼ਿੰਦਗੀ ਸਮਾਪਤ ਹੋ ਜਾਵੇਗੀ, ਪਰ ਤੂੰ ਇਹ ਬਿਆਨ ਕਰਕੇ ਨਹੀਂ ਦੱਸ ਕਿ ਰੱਬ ਨੂੰ ਧਿਆਨ ਵਾਲੇ ਕਿੰਨੇ ਕੁ ਹਨ। ਪਰ ਹਾਂ ਇੰਨਾ ਜ਼ਰੂਰ ਆਖਿਆ ਜਾ ਸਕਦਾ, ਜਿਵੇਂ ਆਪਾਂ ਪੜ੍ਹਦੇ ਹਾਂ ਪਾਤਸ਼ਾਹ ਦੇ ਬਚਨ ਕਿ ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ, ਜਿਨ ਹਰ ਨਾਮ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭੋ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਪਰਮਾਤਮਾ ਐਡਾ ਵੱਡਾ ਕਿ ਉਸ ਮਾਲਕ ਨੂੰ ਸਾਰੇ ਧਿਆਰੇ ਹਨ, ਸਾਰੇ ਚੇਤੇ ਕਰ ਰਹੇ ਹਨ। ਜਿਹੜੇ ਚੇਤੇ ਕਰਦੇ ਨੇ ਫਿਰ ਉਹ ਵਾਹਿਗੁਰੂ ਦੇ ਗੁਣ ਗਾਇਨ ਕਰਕੇ ਉਹ ਮੁਕਤ ਹੋ ਜਾਂਦੇ, ਮੁਕਤੀ ਨੂੰ ਪ੍ਰਾਪਤ ਹੋ ਜਾਂਦੀ, ਬੰਧਨਾਂ ਤੋਂ ਮੁਕਤ, ਵਿਕਾਰਾਂ ਤੋਂ ਮੁਕਤ ਉਹ ਹੋ ਜਾਂਦੇ ਹਨ। ਪਰ ਜੇਕਰ ਕੋਈ ਆਖੇ ਕਿ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਜਿਹੜੇ ਨੇ ਉਹਨਾਂ ਦਾ ਉਹਨਾਂ ਦੀ ਗਿਣਤੀ ਕੀਤੀ ਜਾਂ ਪ੍ਰਭੂ ਦੇ ਪ੍ਰਮਾਤਮਾ ਦੇ ਗੁਣਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ, ਨਹੀਂ, ਇਹ ਨਹੀਂ ਹੋ ਸਕਦਾ। ਤੇ ਵਾਹਿਗੁਰੂ ਬੇਅੰਤ ਹੈ, ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਤੇ ਵਾਹਿਗੁਰੂ ਦੇ ਬਾਬਤ ਕਹਿ ਕੇ ਦੱਸਿਆ ਨਹੀਂ ਜਾ ਸਕਦਾ ਹੈ। ਤੇ ਸਤਿਗੁਰੂ ਜੀ ਵਚਨ ਕਰਦੇ ਹਨ, ਕਹਿੰਦੇ ਹੇ ਵਾਹਿਗੁਰੂ ਸਭ ਚਬ ਹੈ ਹਰ ਹਰ ਨਾਮ ਕਰਤੇ, ਸਾਰੇ ਜੀਵ ਕਰਤੇ ਵਾਹਿਗੁਰੂ ਤੇਰੇ ਨਾਮ ਨੂੰ ਉਚਾਰਨ ਕਰਦੇ ਮੁਖੋਂ ਹਰੀ ਹਰੀ ਆਖ ਰਹੇ ਹਨ। ਪਰ ਇੰਨਾ ਬਾਰ-ਬਾਰ ਆਖਣ ਦੇ ਨਾਲ ਵੀ ਇੱਕ ਵਾਰ ਨਹੀਂ, ਕੋਈ ਇਹੋ ਜਿਹਾ ਸਾਹ ਜਿਹੜਾ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਬਤੀਤ ਕੀਤਾ ਹੋਵੇ। ਪਰ ਪ੍ਰਮਾਤਮਾ ਤੇਰੇ ਗੁਣ ਅਸੰਖ ਹਨ, ਤੈਨੂੰ ਧਿਆਨ ਵਾਲੇ ਵੀ ਅਸੰਖ ਨੇ, ਤੇ ਇਸ ਕਰਕੇ ਅਗਣਤ ਹੀ ਐਸੇ ਹਨ ਜਿਹੜੇ ਹਰੀ ਪ੍ਰਮਾਤਮਾ ਨੂੰ ਹਰ ਸਮੇਂ ਧਿਆਉਂਦੇ ਹਨ। ਸੋ ਧੰਨ ਧੰਨ ਹਰ ਸੰਤ ਸਾਧੂ, ਜੋ ਹਰ ਪ੍ਰਭ ਕਰਤੇ ਭਾਵੇ,
ਦੇਖੋ ਦੋ ਸ਼ਬਦ ਆਏ ਨੇ ਇੱਕ ਪੰਕਤੀ ਦੇ ਵਿੱਚ, ਸੋ ਧੰਨ ਧੰਨ ਹਰ ਸੰਤ ਸਾਧੂ। ਸਤਿਗੁਰੂ ਜੀ ਨੇ ਉਹਨਾਂ ਸਾਧੂ ਮਹਾਤਮਾ ਨੂੰ, ਰੱਬ ਦੇ ਪਿਆਰੇ ਸੰਤ ਜਨਾਂ ਨੂੰ ਸਨਮਾਨ ਦੇਣਾ ਕੀਤਾ, ਸਤਿਕਾਰ ਦੇਣਾ, ਜੋ ਨਾਮ ਜਪਦੇ ਨੇ। ਸਾਧੂ ਕੌਣ ਹੈ? ਜਿਨੇ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਸਾਧਿਆ ਹੋਇਆ, ਮਨ ਨੂੰ ਵਿਕਾਰਾਂ ਵੱਲੋਂ ਰੋਕਿਆ ਹੋਇਆ। ਜਿਵੇਂ ਆਪਾਂ ਭਜਨ ਪੜ੍ਹਦੇ ਹਾਂ ਕਵੀ ਹਰਦਿਆਲ ਦੇ ਕਿ ਸਾਧ ਬਹੀ ਜਗ ਜਾਨੀ ਹੈ, ਜਾ ਕੈ ਨਾਹੀ ਉਪਾਦ ਮਨ। ਕਹਿੰਦੇ ਜਗਤ ਵਿੱਚ ਸਾਧ ਉਹ ਹੈ ਜਿਹਦੇ ਮਨ 'ਚੋਂ ਉਪਾਧੀਆਂ ਖਤਮ ਹੋ ਜਾਣ, ਜਿਹਦਾ ਮਨ ਜਿਹੜਾ ਹੈ ਭਟਕਣਾ ਵਿੱਚੋਂ ਭਟਕਣ ਮੁਕਤ ਹੋ ਜਾਵੇ, ਅਸਲੀ ਸਾਧ ਹੈ। ਸਾਧ ਦੀ ਪਰਿਭਾਸ਼ਾ ਤਾਂ ਸਤਿਗੁਰੂ ਦੱਸ ਦਿੱਤੀ। ਕਹਿੰਦੇ ਫਿਰ ਸੰਤ ਕੌਣ ਹੈ? ਸੰਤ ਕੌਣ ਹੈ? ਪਾਤਸ਼ਾਹ ਕਿਰਪਾ ਕਰਕੇ ਦੱਸੋ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਸੰਤ ਉਹ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਹਰੇਕ ਸਾਹ ਦੇ ਰਾਹੀਂ ਵਾਹਿਗੁਰੂ, ਹਰੇਕ ਸਾਹ ਦੇ ਰਾਹੀਂ ਸਤਿਨਾਮ, ਕਦੇ ਆਪਣੀ ਰਸਨਾ ਨੂੰ ਵਿਅਰਥ ਨਹੀਂ ਜਾਣ ਦਿੱਤਾ। ਜਿਹਦੇ ਅੰਦਰ ਸ਼ਾਂਤੀ ਪੈਦਾ ਹੋਊਗੀ, ਜਿਹਦੇ ਅੰਦਰੋਂ ਤਵਾਂ ਮੁੱਕ ਗਈ, ਤ੍ਰਿਸ਼ਨਾ ਮੁੱਕ ਗਈ, ਅਸਲ ਵਿੱਚ ਗੁਰੂ ਸਵਾਰੇ ਉਹ ਸਾਧ ਹੈ, ਉਹ ਸੰਤ ਹੈ। ਇਹੋ ਜਿਹੇ ਭਜਨੀਕ ਪੁਰਸ਼ ਫਿਰ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦੇ ਨੇ। ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਕੋਈ ਰੱਬ ਦੇ ਪਿਆਰ ਦੀ ਗੱਲ ਚੱਲੇ ਨਾ, ਸੰਤ ਮਹਾਤਮਾ ਦੀ, ਕਈ ਅਸ਼ਰਦਕ ਲੋਕ ਨਿੰਦਿਆ ਕਰਨ ਲੱਗੇ ਕਿ ਕੋਈ ਸਾਧੂ ਸੰਤ ਨਹੀਂ ਹੈ। ਪਰ ਗੁਰਬਾਣੀ ਕਹਿ ਰਹੀ ਹੈ ਗੁਰੂ ਸਵਾਰਿਓ, ਮਹਾਂਪੁਰਖਾਂ ਦੀ ਸੰਗਤ ਕਰਕੇ ਹੀ ਪਤਾ ਲੱਗਦਾ। ਜੇ ਆਪਣੇ ਮਨ ਨੂੰ ਰੰਗਣਾ ਨਾ, ਮਨ ਨੂੰ ਰੰਗਣਾ ਹੈ, ਮਹਾਂਪੁਰਖਾਂ ਦੀ ਸੰਗਤ ਕਰਕੇ ਹੀ ਰੰਗ ਚੜ੍ਹਦਾ ਹੈ। ਕਿਉਂਕਿ ਉਹ ਆਪ ਜੁੜੇ ਹੋਏ ਨੇ। ਜਿਹੜਾ ਇੱਕ ਜੁੜਿਆ ਹੋਵੇ ਉਹੀ ਦੂਜੇ ਨੂੰ ਜੋੜ ਸਕਦਾ ਹੈ। ਜਿਹੜਾ ਆਪ ਟੁੱਟਿਆ ਹੋਇਆ ਉਹ ਦੂਜੇ ਨੂੰ ਕਿਵੇਂ ਜੋੜ ਸਕਦਾ ਹੈ? ਜਿਹਨੂੰ ਤੈਰਨਾ ਨਹੀਂ ਆਉਂਦਾ, ਨਦੀ ਪਾਰ ਕਰਨੀ ਹੈ, ਤੈਰਨਾ ਆਉਂਦਾ ਨਹੀਂ, ਤੇ ਉਹ ਆਖੇ ਆ ਮੇਰਾ ਹੱਥ ਪਕੜ, ਤੈਨੂੰ ਮੈਂ ਉਬਾਲ ਲੇਗਾ ਤੇ ਲਾ ਦਵਾਂ, ਫਿਰ ਕੀ ਹੋਵੇਗਾ? ਤੈਰਨਾ ਆਉਂਦਾ ਨਹੀਂ ਤੇ ਆਪ ਵੀ ਡੁੱਬ ਜਾਵੇਗਾ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਨਾਲ ਡੋਬ ਲਵੇਗਾ। ਪਰ ਜਿਹਨੂੰ ਤੈਰਨਾ ਆਉਂਦਾ ਨਾ, ਉਹ ਸਾਨੂੰ ਸੌਖਿਆਂ ਫਿਰ ਨਦੀ ਪਾਰ, ਦਰਿਆ ਪਾਰ ਕਰਾ ਸਕਦਾ ਹੈ। ਤੇ ਰੱਬ ਦੇ ਪਿਆਰੇ ਜਿਹੜੇ ਨੇ ਉਹ ਵਾਹਿਗੁਰੂ ਨਾਲ ਇੱਕਮਿਕ ਹੁੰਦੇ ਨੇ, ਇੱਕਮਿਕ ਹੁੰਦੇ ਨੇ। ਤੇ ਉਹਨਾਂ ਨੂੰ ਸਤਿਗੁਰੂ ਜੀ ਫਿਰ ਮਾਣ ਦਿੰਦੇ ਨੇ, ਸਨਮਾਨ ਦਿੰਦੇ ਹਨ। ਇਸ ਕਰਕੇ ਨਿੰਦਿਆ ਕਿਸੇ ਦੀ ਨਹੀਂ ਕਰਨੀ। ਇਸ ਗੁਰਸਿੱਖ ਨੇ ਜਿਹੜਾ ਗੁਰਮੁਖ ਪਿਆਰਾ ਨਾਮ ਰੱਸੀ ਆ, ਬਾਣੀ ਪੜ੍ਹਦਾ, ਸਿਮਰਨ ਕਰਦਾ, ਉਹਦਾ ਸਤਿਕਾਰ ਕਰੋ, ਆਓ ਭਗਤ ਕਰੋ। ਪਰ ਇੱਕ ਗੱਲ ਦਾ ਆਪਾਂ ਖਿਆਲ ਰੱਖਣਾ ਕਿ ਆਪਾਂ ਆਪਣਾ ਇਸ਼ਟ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਕੇ ਹੀ ਇਹ ਸੰਤ ਸਾਧ ਬਣੇ ਨੇ। ਤੇ ਆਪਾਂ ਇਹ ਗੱਲ 'ਚ ਖਿਆਲ ਰੱਖਣਾ ਕਿ ਗੁਰਮੁਖਾਂ ਦੀ, ਰੱਬ ਦੇ ਪਿਆਰੇ ਮਹਾਂਪੁਰਖਾਂ ਸੰਗਤ ਕਰਨੀ ਹੈ। ਪਰ ਸਾਡਾ ਮੇਨ ਮਕਸਦ ਹੈ ਕਿ ਬਾਣੀ ਨਾਲ ਜੁੜਨਾ, ਬਾਣੀ ਨਾਲ ਆਪ ਟੁੱਟਣਾ ਨਹੀਂ ਹੈ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ, ਕਈ ਲੋਕ ਸ਼ਰਧਾ ਵਿੱਚ ਆ ਕੇ, ਭਾਵਨਾ ਵਿੱਚ ਆ ਕੇ, ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਘੱਟ ਤਵੱਜੋ ਦਿੰਦੇ ਨੇ ਤੇ ਬੰਦੇ ਨੂੰ ਵੱਧ ਤਵੱਜੋ ਦੇਣ ਲੱਗ ਪੈਂਦੇ ਨੇ। ਇਹ ਵੀ ਗਲਤ ਹੈ। ਸਨਮਾਨ ਕਰਨਾ ਗੁਰਮੁਖਾਂ ਦਾ, ਤੇ ਜਦੋਂ ਇਹੋ ਜਿਹਾ ਗੁਰਮੁਖ ਆਵੇ ਸਨਮਾਨ ਕਰਨਾ, ਪਰ ਇਹ ਖਿਆਲ ਰੱਖਣਾ ਹੈ
ਕਿ ਜਿਸ ਗੁਰਮੁਖ ਦੀ ਰੱਬ ਦੇ ਪਿਆਰ ਦੀ ਮੈਂ ਸੰਗਤ ਕਰ ਰਿਹਾ ਕਿ ਕਿਤੇ ਬਾਣੀ ਨਾਲ ਤੋੜ ਕੇ ਮੈਨੂੰ ਆਪਣੇ ਨਾਲ ਤਾਂ ਨਹੀਂ ਜੋੜ ਰਿਹਾ ਏ। ਜੇ ਆਪਣੇ ਨਾਲ ਜੋੜ ਰਿਹਾ ਫਿਰ ਮਾਫ ਕਰਨਾ, ਉਹ ਸੰਤ ਨਹੀਂ ਹੋ ਸਕਦਾ, ਸਾਧ ਨਹੀਂ ਹੋ ਸਕਦਾ। ਜਿਹੜਾ ਬਾਣੀ ਦਾ ਪ੍ਰਚਾਰ ਕਰਦਾ ਹੋਵੇ, ਗੁਰਬਾਣੀ ਪੜ੍ਹਦਾ ਹੋਵੇ ਤੇ ਦੂਜੇ ਨੂੰ ਆਖੇ ਕਿ ਭਾਈ ਬਾਣੀ ਪੜ੍ਹੋ, ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਣਾ ਹੈ, ਇਹੋ ਜਿਹੇ ਮਹਾਂਪੁਰਖ ਫਿਰ ਗੁਰੂ ਸਵਾਰੇ ਸਤਿਕਾਰਯੋਗ ਹਨ। ਜੋ ਜਾਈਏ ਨਾ ਮਹਾਂਪੁਰਖਾਂ ਦੇ ਸਥਾਨਾਂ ਤੇ ਉਹ ਫਿਰ ਨਾਮ ਦੀ ਗੱਲ ਕਰਦੇ ਨੇ, ਪੁੱਛਦੇ ਨੇ ਕਿੰਨਾ ਪਾਠ ਕਰਦੇ ਨੇ, ਕਹਿੰਦੇ ਫਿਰ ਭਾਈ ਤੂੰ ਆਪਣੇ ਜੀਵਨ ਕਾਲ 'ਚ ਘੱਟੋ ਘੱਟ 6 ਮਾਲਾ ਸਾਰਾ ਦਿਨ ਕਰਿਆ ਕਰ। ਜੇ ਹੋਰ ਬਾਣੀ ਨਹੀਂ ਪੜ੍ਹਦਾ 6 ਮਾਲਾ ਘੱਟੋ ਘੱਟ ਕਰਨੀਆਂ ਨੇ। ਜੇ ਬਾਣੀ ਪੜ੍ਹਨੀ ਆਉਂਦੀ ਹੈ ਫਿਰ ਘਰ 'ਚ ਪੋਥੀਆਂ ਪ੍ਰਕਾਸ਼ ਕਰ, ਸਹਿਜ ਪਾਠ ਕਰ, ਨਿੱਤ ਦਾ ਨਿਯਮ ਕਰ, ਜਪਜੀ ਸਾਹਿਬ ਦੇ ਪਾਠ ਕਰ। ਇਹ ਮਹਾਂਪੁਰਖ ਹੀ ਮੂਲ ਮੰਤਰ ਗੁਰਮੰਤਰ ਨਾਲ ਜੋੜਦੇ ਨੇ। ਇਸ ਤਰੀਕਾ ਹੁੰਦਾ ਅਸਲ ਵਿੱਚ। ਕੋਈ ਸ਼ਬਦ ਦੇ ਦੇਣਾ ਕਿ ਸ਼ਬਦ ਦਾ ਅਭਿਆਸ ਕਰ, ਉਹ ਕਾਰਨ ਹੁੰਦਾ ਸੀ ਕਿ ਤਾਂ ਕਿ ਜਿਹੜੇ ਜਦੋਂ ਸ਼ਬਦ ਨੂੰ ਪੜ੍ਹਨਗੇ ਤੇ ਮਨ ਨੂੰ ਰਸ ਪ੍ਰਾਪਤ ਹੋਵੇਗਾ, ਫਿਰ ਆਪਣੇ ਆਪ ਸ਼ਬਦ ਪੜ੍ਹਦਾ ਪੜ੍ਹਦਾ ਇਹ ਬਾਣੀ ਨਾਲ ਜੁੜ ਜਾਵੇਗਾ। ਅੱਜ ਸ਼ਬਦ ਦਾ ਜਾਪ ਕਰ ਰਿਹਾ ਏ ਤੇ ਕੱਲ੍ਹ ਨੂੰ ਐਸਾ ਹੋਵੇਗਾ ਕਿ ਜਿਹਨੇ ਜ਼ਿੰਦਗੀ 'ਚ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਉਹ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਵੇਗਾ। ਇਹ ਜੁਗਤੀਆਂ ਨੇ। ਇਹ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਵੇਗਾ। ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਿਆ, ਫਿਰ ਹੋਰ ਅੱਗੇ ਮਨ ਜੁੜੇ ਕਿ ਜਿਵੇਂ ਜਾਪ ਸਾਹਿਬ ਪੜ੍ਹ ਕੇ ਦੇਖਾਂ, ਤਿਆ ਪ੍ਰਸਾਦ ਹੋਈਏ ਪੜ੍ਹ ਕੇ ਦੇਖਾਂ, ਕਵਿਓ ਬਾਅਦ 'ਚ ਬੇਨਤੀ ਪੜ੍ਹ ਕੇ ਦੇਖਾਂ, ਆਨੰਦ ਸਾਹਿਬ ਪੜ੍ਹਾਂ, ਮੈਂ ਸੁਖਮਨੀ ਸਾਹਿਬ ਦਾ ਪਾਠ ਪੜ੍ਹ ਕੇ ਦੇਖਾਂ। ਮਨ ਕਰਨ ਲੱਗ ਪਿਆ ਨਾ। ਲਾਗ ਕਿੱਥੋਂ ਲੱਗੀ ਹੈ? ਸ਼ਬਦ ਨੂੰ, ਸ਼ਬਦ ਦਾ ਅਭਿਆਸ ਕਰਨ ਦੇ ਨਾਲ। ਜੇ ਮਹਾਂਪੁਰਖਾਂ ਰੱਬ ਦੇ ਪਿਆਰੇ ਸੰਗਤ ਨਹੀਂ ਕਰਦੇ ਫਿਰ ਸ਼ਾਇਦ ਇਹ ਅਵਸਥਾ ਨਹੀਂ ਬਣ ਸਕਦੀ ਸੀ। ਗੁਰਮੁਖਾਂ ਦੀ ਸੰਗਤ ਕਰਨੀ ਅਤੀ ਜ਼ਰੂਰੀ ਹੈ। ਗੁਰਮੁਖਾਂ ਦੀ ਸੰਗਤ ਕਰਕੇ ਹੀ ਇਹ ਜੀਵ ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਸੋ ਗੁਰਦੇਵ ਪਿਤਾ ਜੀ ਬਚਨ ਕਰਦੇ ਹਨ, ਕਹਿੰਦੇ ਸੋ ਧਨ ਧਨ ਹਰ ਸੰਤ ਸਾਧੂ। ਉਹ ਧਨ ਹਨ। ਧਨ ਹਨ ਕੌਣ? ਜਿਹੜੇ ਰੱਬ ਦੇ ਪਿਆਰੇ ਸੰਤ ਜਨ ਹਨ, ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਮੁੱਕ ਗਈ, ਤਮਾ ਮੁੱਕ ਗਈ, ਹਿਰਦੇ ਨੂੰ ਸ਼ਾਂਤੀ ਪ੍ਰਦਾਨ ਹੋ ਗਈ। ਅਸਲ ਵਿੱਚ ਉਹ ਸੰਤ ਨੇ ਜਿਨ੍ਹਾਂ ਨੇ ਮਨ ਨੂੰ ਵਿਕਾਰਾਂ ਵੱਲੋਂ ਸਾਧ ਲਿਆ, ਉਹ ਸਾਧੂ ਹਨ। ਤੇ ਗੁਰੂ ਸਵਾਰਿਓ ਜੋ ਹਰ ਪ੍ਰਭ ਕਰਤੇ ਭਾਵੇ, ਕਹਿੰਦੇ ਉਹ ਸਾਧੂ ਸੰਤ ਮਹਾਤਮਾ ਹਰੀ ਪਰਮਾਤਮਾ ਨੂੰ ਕਰਤੇ ਵਾਹਿਗੁਰੂ ਨੂੰ ਭਾਵੇ ਚੰਗੇ ਲੱਗਦੇ ਹਨ। ਸੋ ਸਫਲ ਦਰਸ਼ਨ ਦੇਹੋ ਕਰਤੇ, ਜਿਸ ਹਰ ਹਿਰਦੈ ਨਾਮ ਸਦ ਚਵਿਆ। ਦੇਖੋ ਗੁਰਦੇਵ ਪਿਤਾ ਜੀ ਨਾਮ ਜਪਣ ਵਾਲਿਆਂ ਨੂੰ ਕਿੰਨਾ ਸਨਮਾਨ ਦੇ ਰਹੇ ਨੇ। ਤੇ ਸਤਿਗੁਰੂ ਕਹਿੰਦੇ ਨੇ ਸੋ ਸਫਲ ਦਰਸ਼ਨ ਦੇਹੋ ਕਰਤੇ, ਜਿਸ ਹਰ ਹਿਰਦੈ ਨਾਮ ਸਦ ਚਵਿਆ। ਕਹਿੰਦੇ ਹੇ ਕਰਤੇ ਵਾਹਿਗੁਰੂ, ਮੈਂ ਤੇਰੇ ਚਰਨਾਂ 'ਚ ਇੱਕ ਅਰਜ਼ ਕਰਦਾ, ਅਰਜ਼ੋਈ ਕਰਦਾ ਹਾਂ। ਜਿਹੜੇ ਜੀਵ ਗੁਰਮੁਖ ਜਨ ਜਿਨ੍ਹਾਂ ਦੇ ਹਿਰਦੇ ਵਿੱਚ ਆਪ ਜੀ ਦਾ ਨਾਮ ਵਸਿਆ ਹੋਇਆ ਤੇ ਆਪਣੀ ਰਸਨਾ ਦੇ ਰਾਹੀਂ ਉਹ ਹਰ ਸਮੇਂ ਆਪ ਜੀ ਦੇ ਨਾਮ ਨੂੰ ਉਚਾਰਨ ਕਰਦੇ ਨੇ, ਭਾਵ ਨਾਮ ਜਪਦੇ ਹਨ। ਕਰਤੇ ਵਾਹਿਗੁਰੂ, ਮੈਨੂੰ ਉਹਨਾਂ ਦੇ ਦਰਸ਼ਨ ਦੀਦਾਰੇ ਕਰਾਣਾ ਕਰੋ, ਤਾਂ ਕਿ ਉਹਨਾਂ ਦੇ ਦਰਸ਼ਨ ਦੀਦਾਰੇ ਕਰਕੇ ਮੇਰਾ ਜੀਵਨ ਸਫਲਾ ਹੋ ਜਾਵੇ। ਕਿਉਂਕਿ ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਹੀ ਮੱਥੇ ਦੇ ਭਾਗ ਜਗਦੇ ਨੇ। ਰੱਬ ਦੇ ਪਿਆਰਿਆਂ ਕੋਲ ਜੁਗਤੀਆਂ ਹੁੰਦੀਆਂ ਨੇ,
ਉਸ ਜੁਗਤੀ ਦੇ ਰਾਹੀਂ ਹੀ ਫਿਰ ਪ੍ਰਭੂ ਨੂੰ ਮਿਲਿਆ ਜਾ ਸਕਦਾ ਹੈ, ਗੁਰੂ ਨੂੰ ਮਿਲਿਆ ਜਾ ਸਕਦਾ ਹੈ। ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜੁਗਤੀ ਸਿਖਾਈ, ਸਿੱਖ ਨੇ ਜਦੋਂ ਖੰਡੇ ਬਾਟੇ ਦੀ ਪੋਲ ਛਕਣੀ ਹੈ ਨਾ, ਤੇ 5 ਪਿਆਰੇ ਸਾਹਿਬਾਨਾਂ ਨੂੰ ਸਤਿਗੁਰੂ ਨੇ ਮਾਣ ਸਨਮਾਨ ਦੇਣਾ ਕੀਤਾ। ਤੇ ਜਿਹੜੀ ਉਹ ਜੁਗਤੀ ਹੈ ਸਤਿਗੁਰੂ ਨੇ ਉਹ 5 ਪਿਆਰਿਆਂ ਨੂੰ ਦੱਸੀ ਕਿ ਇਸ ਤਰੀਕੇ ਨਾਲ ਤੁਸੀਂ ਨਾ ਅੰਮ੍ਰਿਤ ਛਕਾਣਾ ਹੈ, ਇਹ ਜਿਹੜਾ ਤੁਸੀਂ ਅਭਿਆਸ ਕਰਾਉਣਾ ਨਾਮ ਸਿਮਰਨ ਦਾ, ਰਹਿਤ ਨਾਲ ਦ੍ਰਿੜ ਕਰਾਉਣੀ ਹੈ। ਇੱਕ ਤਰ੍ਹਾਂ ਦੀ ਜੁਗਤੀ ਹੈ ਗੁਰੂ ਸਵਾਰੀ, ਰੱਬ ਨੂੰ ਮਿਲਣ ਦੀ, ਗੁਰੂ ਨੂੰ ਮਿਲਣ ਦੀ। ਜਿਨ੍ਹਾਂ ਨੇ ਫਿਰ ਉਹ ਜੁਗਤੀ ਕਮਾ ਲਈ। ਜਿਵੇਂ ਟੀਚਰ ਇੱਕ ਵਾਰੀ ਕਲਾਸ ਵਿੱਚ ਪੜ੍ਹਾਉਂਦਾ, ਸਿਲੇਬਸ ਉਹ ਬੋਰਡ ਉੱਤੇ ਲਿਖ ਦਿੰਦਾ ਹੈ, ਜਿਹੜੇ ਬੱਚੇ ਪੜ੍ਹ ਲੈਂਦੇ ਨੇ, ਆਪਣੇ ਦਿਮਾਗ 'ਚ ਬਿਠਾ ਲੈਂਦੇ ਨੇ, ਉਹ ਬੱਚੇ ਚੰਗੇ ਨੰਬਰਾਂ 'ਚ ਪਾਸ ਹੋ ਜਾਂਦੇ ਨੇ। ਫਿਰ ਜਿਹੜੇ ਬੱਚੇ ਧਿਆਨ ਨਹੀਂ ਦਿੰਦੇ ਗੁਰੂ ਸਵਾਰੇ, ਉਹ ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦਾ, ਉਹ ਫਿਰ ਫੇਲ ਹੋ ਜਾਂਦੇ ਹਨ। ਇਸੇ ਤਰ੍ਹਾਂ ਹੀ 5 ਪਿਆਰੇ ਸਾਹਿਬਾਨ ਵੀ ਗੁਰੂ ਸਾਹਿਬਾਨ ਨੇ ਆਖਿਆ ਕਿ ਇਨ ਪੰਚਨ ਮੋਰੋ ਵਾਸਾ, ਐਡੀ ਵੱਡੀ ਬਖਸ਼ਿਸ਼ ਕੀਤੀ। ਜਦੋਂ 5 ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਉਹ ਜੋ ਗੁਰੂ ਦੀ ਮੱਤ ਹੈ ਉਹ ਗੁਰੂ ਦੀ ਮੱਤ ਨੂੰ ਦ੍ਰਿੜ ਕਰਾਉਂਦੇ ਹਨ। ਅੰਮ੍ਰਿਤ ਬਲਾਖੀ, ਅੰਮ੍ਰਿਤ ਛਕਦੇ, ਰਹਿਤ ਮਿਰਦਾ ਸੁਣਦੇ, ਤੇ ਸੁਣ ਕੇ ਜਿਨ੍ਹਾਂ ਨੇ ਫਿਰ ਕਮਾਈ ਕਰ ਲਈ ਨਾ, ਸੁਣ ਕੇ ਜਿਹਨਾਂ ਕਮਾਈ ਕਰ ਲਈ, ਜਪਣਾ ਸ਼ੁਰੂ ਕਰਤਾ, ਅੰਮ੍ਰਿਤ ਵਿੱਚ ਉੱਠਣ ਲੱਗ ਪਏ, ਰਹਿਤ ਵਿੱਚ ਪ੍ਰਪੱਕ ਰਹਿਣ ਲੱਗ ਪਏ, ਉਹਨਾਂ ਉੱਤੇ ਫਿਰ ਸਤਿਗੁਰ ਦੀਆਂ ਬਹੁਤ ਵੱਡੀਆਂ ਬਖਸ਼ਾਂ ਹੁੰਦੀਆਂ ਨੇ। ਪਰ ਮਾਫ ਕਰਨਾ, ਬਹੁਤ ਤਦਾਰ ਸਾਡੀ ਹਾਲਤ ਇਹੋ ਜਿਹੀ ਹੋ ਚੁੱਕੀ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਜ਼ਰੂਰ ਹੈ, ਪਰ ਰਹਿਤ ਵਿੱਚ ਪਰਪੱਕ ਨਹੀਂ। ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਜ਼ਰੂਰ ਹੈ, ਤੇ ਮਾਫ ਕਰਨਾ ਕਦੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕੀਤਾ, ਜਿਹੜੀ ਜਪਜੀ ਸਾਹਿਬ ਮੁੱਖ ਬਾਣੀ ਹੈ। ਇੱਕ ਪਾਸੇ ਪੰਜਾਂ ਕਕਾਰਾਂ ਦੀ ਵਰਦੀ ਪਹਿਨੀ ਹੋਈ ਹੈ, ਦੂਜੇ ਪਾਸੇ ਤੋਂ ਗੁਰੂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ। ਫਿਰ ਕਹਿੰਦੇ ਗੁਰੂ ਦੀਆਂ ਖੁਸ਼ੀਆਂ ਕਿੱਥੋਂ ਨਸੀਬ ਹੋਣੀਆਂ ਹਨ? ਸਾਨੂੰ ਤਾਂ ਵਾਰ-ਵਾਰ ਹਰੇਕ ਸਾਹ ਦੇ ਰਹੇ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ। ਇੱਥੇ ਉਹਨਾਂ ਨਾਮ ਰੱਸੀਆਂ ਦੀ ਅਵਸਥਾ ਸਤਿਗੁਰੂ ਦੱਸਦੇ ਨੇ, ਕਹਿੰਦੇ ਹੇ ਪ੍ਰਮਾਤਮਾ, ਜਿਨ੍ਹਾਂ ਦੇ ਹਿਰਦੇ ਤੂੰ ਵਸਿਆ, ਜਿਹੜੇ ਤੈਨੂੰ ਅੱਠੇ ਪੈਰ ਧਿਆਉਂਦੇ, ਤੇਰਾ ਸਿਮਰਨ ਕਰਦੇ ਹਨ, ਉਹਨਾਂ ਦਾ ਮੈਨੂੰ ਆਪ ਜੀ ਦਰਸ਼ਨ ਦੀਦਾਰੇ ਕਰਾਣਾ ਕਰੋ। ਕਿਉਂਕਿ ਉਹਨਾਂ ਦੇ ਦੀਦਾਰ ਕਰਕੇ, ਦਰਸ਼ਨ ਕਰਕੇ ਹੇ ਕਰਤੇ ਪ੍ਰਭੂ, ਮੇਰਾ ਜੀਵਨ ਸਫਲਾ ਹੋਵੇਗਾ। ਮੇਰੇ ਉੱਤੇ ਆਪ ਜੀ ਇਹ ਬਖਸ਼ਿਸ਼ ਕਰਨਾ ਕਰੋ, ਤਾਂ ਕਿ ਉਹਨਾਂ ਦੀ ਸੰਗਤ ਵਿੱਚ ਬੈਠ ਕੇ, ਜਿੱਥੇ ਮੈਂ ਉਹਨਾਂ ਗੁਰਮੁਖਾਂ ਦੀ ਸੰਗਤ ਕਰਾਂਗਾ, ਉੱਥੇ ਨਾਮ ਜਪ ਕੇ, ਬੰਦਗੀ ਕਰਕੇ ਮੇਰਾ ਭਲਾ ਹੋਵੇਗਾ। ਇਸ ਕਰਕੇ ਮਾਲਕ ਜੀ, ਮੈਨੂੰ ਉਹਨਾਂ ਦੇ ਦੀਦਾਰ ਕਰਾਵੋ, ਨਾਮ ਜਪਣ ਵਾਲਿਆਂ ਦੇ। ਤੂੰ ਥਾਨ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਹੇ ਵਾਹਿਗੁਰੂ, ਤੂੰ ਥਾਨ ਥਨੰਤਰ, ਸਾਰੀਆਂ ਥਾਵਾਂ ਤੇ, ਧਰਤੀ ਵਿੱਚ, ਆਕਾਸ਼ ਵਿੱਚ, ਤੇ ਇਸੇ ਤਰ੍ਹਾਂ ਪਤਾਲ ਵਿੱਚ, ਸਾਰੀਆਂ ਥਾਵਾਂ ਤੇ ਵਾਹਿਗੁਰੂ ਤੂੰ ਹੀ ਹੈ। ਕਣ ਕਣ ਤੇਰਾ ਵਾਸਾ ਹੈ, ਤੇ ਇੱਕ ਪਰਮੇਸ਼ਰ ਹੀ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਉਹ ਤੋਂ ਬਿਨਾਂ ਦੂਜਾ ਕੋਈ ਹੋਰ ਹੈ ਹੀ ਨਹੀਂ ਹੈ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਪਾਵਨ ਸ਼ਬਦ ਦੁਆਰਾ, ਸ਼ਬਦ ਦੇ ਤੀਸਰੇ ਬੰਦ ਦੁਆਰਾ ਸਤਿਗੁਰੂ ਜੀ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ 'ਚ ਕਰਾਂਗੇ। ਹੋਈਆਂ ਭੁੱਲਾਂ